ਅਸੀਂ ਆਪਣਾ 11 ਭੱਟ ਸਾਹਿਬਾਨ ਦੀ ਬਾਣੀ ਬਾਰੇ ਜ਼ਿਕਰ ਕਰਦੇ ਹਾਂ। 11 ਭੱਟਾਂ ਦਾ ਜ਼ਿਕਰ ਬਾਣੀ ਦਾ ਆ ਰਿਹਾ। ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਜਾਂਦੇ ਹਾਂ, ਔਰ ਪਾਠ ਕਰਦਿਆਂ ਜਿਵੇਂ ਜਿਵੇਂ ਅਸੀਂ ਅਖੀਰ ਵੱਲ ਨੂੰ ਵੱਧਦੇ ਹਾਂ ਤਾਂ ਸਾਨੂੰ ਅਖੀਰ ਵਿੱਚ ਜਾ ਕੇ ਸਵਈਏ ਮਹਿਲੇ ਪਹਿਲੇ ਕੇ ਮਿਲਦੇ ਆ। ਸਵਈਏ ਮਹਿਲੇ ਦੂਜੇ ਕੇ, ਸਵਈਏ ਮਹਿਲੇ ਤੀਜੇ ਕੇ, ਸਵਈਏ ਮਹਿਲੇ ਚੌਥੇ ਕੇ, ਸਵਈਏ ਮਹਿਲੇ ਪੰਜਵੇਂ ਕੇ। ਇਹ ਭੱਟਾਂ ਦੇ ਸਵਈਏ ਆ। ਭੱਟ ਸਾਹਿਬਾਨ ਨੇ ਗੁਰੂ ਸਾਹਿਬ ਜੀ ਦੀ ਉਸਤਤ ਵਿੱਚ ਕਿੰਨੇ ਸਵਈਏ ਉਚਾਰਨ ਕੀਤੇ ਆ ਜੀ? ਅੰਦਾਜ਼ਾ ਕੋਈ? ਕਿੰਨੇ ਜੀ? 123। ਕਿੰਨੇ? 123। 123 ਸਵਈਆਂ ਦੀ ਭੂਮਿਕਾ ਗੁਰੂ ਅਰਜਨ ਸਾਹਿਬ ਨੇ ਬੱਧੀ ਹੈ। ਭੱਟਾਂ ਦੇ ਸਵਈਆਂ ਦੇ ਆਰੰਭ ਵਿੱਚ 20 ਸਵਈਏ ਗੁਰੂ ਅਰਜਨ ਸਾਹਿਬ ਜੀ ਦੇ ਵੀ ਆ। ਸ੍ਰੀ ਮੁਖ ਬਾਗ ਕੇ ਮਹਿਲਾ ਪੰਜਵਾਂ 20 ਸਵਈਏ ਗੁਰੂ ਅਰਜਨ ਸਾਹਿਬ ਜੀ ਦੇ। 123 ਤੇ 20 143 ਸਵਈਆਂ ਦਾ ਪਾਠ ਆ। ਔਰ ਇੱਕ ਗੱਲ ਖੂਬਸੂਰਤੀ ਦੇਖੋ ਕਿੰਨੀ ਕਮਾਲ ਦੀ ਹੈ। ਭੱਟ ਸਾਹਿਬਾਨ ਦੇ ਸਵਈਏ ਗੁਰੂ ਸਾਹਿਬ ਨੇ ਅੰਕਿਤ ਕਰਨੇ ਸੀ, ਔਰ ਮੈਂ ਤਾਂ ਇਹਨੂੰ ਇਦਾਂ ਕਹਿੰਦਾ ਵੀ ਕਿੱਡਾ ਵੱਡਾ ਮਾਣ ਹੈ। ਭੱਟ ਸਾਹਿਬਾਨ ਦੇ ਸਵਈਏ 123 ਲਿਖਣ ਤੋਂ ਪਹਿਲਾਂ ਉਹਨਾਂ ਦੀ ਭੂਮਿਕਾ ਗੁਰੂ ਅਰਜਨ ਸਾਹਿਬ ਖੁਦ ਲਿਖਦੇ ਨੇ, ਔਰ ਜਿਨ੍ਹਾਂ ਸਵਈਆਂ ਦੀ ਭੂਮਿਕਾ ਗੁਰੂ ਅਰਜਨ ਸਾਹਿਬ ਲਿਖਣ, ਫਿਰ ਸਾਨੂੰ ਖਾਸ ਧਿਆਨ ਦੇਣਾ ਪਏਗਾ ਨਾ। ਭੁਲੇਖਾ ਨਾ ਰਹਿ ਜਾਏ, ਕੋਈ ਵਿਘਨ ਨਾ ਪੈ ਜਾਏ, ਕਿਸੇ ਪ੍ਰਕਾਰ ਦੀ ਕੋਈ ਗੱਲ ਇੱਧਰ ਉੱਧਰ ਦੀ ਇੱਧਰ ਨਾ ਚਲੀ ਜਾਏ। ਪਹਿਲਾਂ ਮਹਾਰਾਜ ਨੇ ਉਹਨਾਂ 20 ਸਵਈਆਂ ਦੀ ਮੈਂ ਕਹਿੰਦਾ ਭੂਮਿਕਾ ਲਿਖੀ। 9 ਸਵਈਏ 1, 11 1, 20 ਸਵਈਏ। ਔਰ ਮੈਂ ਉਹਨਾਂ ਭੱਟ ਸਾਹਿਬਾਨ ਬਾਰੇ ਥੋੜਾ ਜਿਹਾ ਵੇਰਵਾ ਤੁਹਾਡੇ ਸਾਹਮਣੇ ਰੱਖਣ ਲੱਗਾ ਕਿ ਅਸੀਂ 11 ਭੱਟਾਂ ਦਾ ਜ਼ਿਕਰ ਪੜ੍ਹਦੇ ਹਾਂ, 11 ਭੱਟਾਂ ਦੇ ਬਾਰੇ ਸੁਣਦੇ ਹਾਂ। 11 ਭੱਟਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਆ। ਆਪਾਂ ਇਹ ਵੀ ਸੁਣ ਲਿਆ ਕਿ 11 ਭੱਟਾਂ ਨੇ 123 ਸਵਈਏ ਉਚਾਰਨ ਕੀਤੇ ਗੁਰੂ ਸਾਹਿਬਾਨ ਜੀ ਦੇ। ਇਹ ਜਿਹੜੇ 11 ਭੱਟ ਹੈ ਨਾ ਜੀ, ਇਹਨਾਂ ਬਾਬਤ ਅਸੀਂ ਕਦੀ ਜਾਣਨ ਦੀ ਜਾਂ ਪਛਾਣਨ ਦੀ ਇੰਨੀ ਕੁ ਕੋਸ਼ਿਸ਼ ਹੀ ਨਹੀਂ ਕਰਦੇ ਕਿ ਇਹ ਭੱਟ ਸਾਹਿਬਾਨ ਕਿੱਦਾਂ ਇਸ ਪਾਸੇ ਨੂੰ ਆਏ। ਇਹ ਇੱਕੋ ਪਰਿਵਾਰ ਆ ਜਾਂ ਵੱਖ-ਵੱਖ ਪਰਿਵਾਰ ਆ, ਕੌਣ ਨੇ? ਔਰ ਜਦੋਂ ਅਸੀਂ ਵੇਰਵੇ ਵਾਲੇ ਪਾਸੇ ਨੂੰ ਤੁਰੇ, ਵਿਚਾਰ ਵਾਲੇ ਪਾਸੇ ਨੂੰ ਤੁਰੇ, ਤਾਂ ਬਹੁਤ ਸਾਰੇ ਸਾਡੇ ਵਿਦਵਾਨ ਸੱਜਣਾ ਦੇ ਜਿਹੜੇ ਹਵਾਲੇ ਨੇ, ਬਹੁਤ ਸਾਰੇ ਵਿਦਵਾਨ ਸੱਜਣਾ ਦੀ ਜਿਹੜੀ ਕੀਤੀ ਹੋਈ ਮਿਹਨਤ ਹੈ, ਉਹ ਇੱਥੇ ਸਾਡੀ ਕੌਮ ਲਈ ਇੱਕ ਸੋਹਣਾ ਸੁਨਹਿਰੀ ਮੀਲ ਪੱਥਰ ਆ। ਔਰ ਉਹਨਾਂ ਵਿਦਵਾਨ ਸੱਜਣਾ ਦੀ ਮਿਹਨਤ ਦੇ ਨਾਲ ਇਹ ਸਮਝ ਲੱਗਦੀ ਆ 11 ਭੱਟ ਸਾਹਿਬਾਨ ਕੋਈ ਵੱਖਰੇ ਵੱਖਰੇ ਪਰਿਵਾਰ ਨਹੀਂ, ਇਹ ਇੱਕੋ ਪਰਿਵਾਰ ਹੈ। ਇਹ ਇੱਕ ਪਰਿਵਾਰ ਹੈ। ਦੇਖਿਓ ਧਿਆਨ ਨਾਲ। ਇਹਨਾਂ ਵਿੱਚੋਂ ਸਭ ਤੋਂ ਵੱਡਾ ਤੇ ਮੇਨ ਭੱਟ ਭਿੱਖਾ ਹੈ। ਇਹਨਾਂ ਸਾਰਿਆਂ ਚੋਂ ਵੱਡਾ ਤੇ ਮੇਨ ਭੱਟ ਭਿੱਖਾ ਹੈ। ਠੀਕ ਹੈ ਜੀ। ਇੱਕ ਤੁਸੀਂ ਵੇਖੋਗੇ ਜਦੋਂ ਭੱਟਾਂ ਦੇ ਸਵਈਏ ਪੜ੍ਹਦੇ ਆ, ਹਾਂ ਭੱਟਾਂ ਦੇ ਸਵਈਏ ਪੜ੍ਹਦੇ ਆ, ਵਿੱਚ ਤੁਹਾਨੂੰ ਕਲਸਹਾਰ ਜੀ ਦਾ, ਜਾਲਪ ਜੀ ਦਾ, ਹਰਬੰਸ ਜੀ ਦਾ, ਕੀਰਤ ਜੀ ਦਾ, ਮਥੁਰਾ ਜੀ ਦਾ, ਗਿਆੰਦ ਜੀ ਦਾ, ਇਹਨਾਂ ਦੇ ਨਾਂ ਤਾਂ ਮਿਲ ਰਹੇ ਆ, ਪਰ ਸਵਈਏ ਪੜ੍ਹਦੇ ਆ ਉੱਤੇ ਹੈਡਿੰਗ ਦੇ ਵਿੱਚ ਕਿਸੇ ਵੀ ਭੱਟ ਦਾ ਏਦਾਂ ਨਾਂ ਨਹੀਂ ਮਿਲਦਾ, ਔਰ ਸਿਰਫ ਭਾਈ ਭੱਟ ਭਿੱਖਾ ਜੀ ਦਾ ਨਾਂ ਮਿਲਦਾ ਹੈ। ਤੇ ਭੱਟ ਭਿੱਖਾ ਜੀ ਨੇ ਗੁਰੂ ਅਮਰਦਾਸ ਜੀ ਦੇ ਬਾਬਤ ਹੀ 2 ਸਵਈਏ ਲਿਖੇ ਆ। ਔਰ ਅੱਗੇ ਤੁਰਾਂ, ਭੱਟ ਭਿੱਖਾ ਜੀ ਦੇ 3 ਬੇਟੇ ਆ ਜੀ। ਭੱਟ ਭਿੱਖਾ ਜੀ ਦੇ 3 ਬੇਟੇ ਆ। ਇਹਨਾਂ ਦੇ ਵਿੱਚ ਜਿਹੜੇ ਉਚਾਰਨ ਕਰਨ ਵਾਲੇ ਸਵਈਏ, ਇਹਨਾਂ ਤਿੰਨਾਂ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਭੱਟ ਆ
ਭੱਟ ਭਿੱਖਾ ਜੀ ਦਾ ਪਹਿਲਾ ਬੇਟਾ ਉਹ ਹੈ ਮਥੁਰਾ, ਦੂਜਾ ਬੇਟਾ ਹੈ ਜਾਲਪ ਤੇ ਤੀਜਾ ਬੇਟਾ ਹੈ ਭੱਟ ਕੀਰਤ। ਭੱਟ ਕੀਰਤ ਜੀ ਦੇ 3 ਬੇਟੇ। ਔਰ ਕਿੰਨੀ ਕਮਾਲ ਦੀ ਗੱਲ ਹੈ, ਭੱਟ ਭਿੱਖਾ ਜੀ ਦੇ 3 ਬੇਟਿਆਂ ਦੇ ਵਿੱਚੋਂ 2 ਬੇਟੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ 2 ਜੰਗਾਂ ਦੇ ਅੰਦਰ ਸ਼ਹੀਦੀ ਪ੍ਰਾਪਤ ਕਰਦੇ ਆ। ਭੱਟ ਭਿੱਖਾ ਜੀ ਦੇ 3 ਬੇਟਿਆਂ ਚੋਂ 2 ਬੇਟੇ ਭੱਟ ਮਥੁਰਾ ਜੀ ਤੇ ਭੱਟ ਕੀਰਤ ਜੀ। ਅੱਗੇ ਹੋਰ ਸੁਣਿਓ, ਭੱਟ ਭਿੱਖਾ ਜੀ ਦੇ ਬਾਕੀ ਜਿਹੜੇ ਭਿੱਖਾ ਜੀ ਤੋਂ ਇਲਾਵਾ 3 ਇਹਨਾਂ ਦੇ ਪੁੱਤਰ ਹੋ ਗਏ ਜਿਨ੍ਹਾਂ ਦੀ ਇਹ ਬਾਣੀ ਹੈ, 7 ਉਹਨਾਂ ਦੇ ਭਤੀਜੇ ਆ, ਬਾਕੀ 7 ਭੱਟ ਉਹਨਾਂ ਦੇ ਭਰਾ ਦੇ ਬੱਚੇ ਆ, ਕਿਸੇ ਦਾ 1, ਕਿਸੇ ਦੇ 2, ਕਿਸੇ ਦੇ 3। ਇਹ ਉਹਨਾਂ ਦੇ ਭਤੀਜੇ ਆ, ਇਹ ਉਹਨਾਂ ਦੇ ਭਰਾਵਾਂ ਦੇ ਪੁੱਤਰ ਆ ਬਾਕੀ ਭੱਟ ਸਾਹਿਬਾਨ। ਔਰ ਕਿੰਨੀ ਕਮਾਲ ਦੀ ਗੱਲ ਹੈ ਕਿ ਭੱਟ ਕੀਰਤ ਜੀ ਦੇ 3 ਪੁੱਤਰ, ਉਹ ਚੋਂ 2 ਸ਼ਹੀਦ। ਭੱਟ ਭਿੱਖਾ ਜੀ ਦੇ ਪਰਿਵਾਰ ਚੋਂ ਭੱਟ ਕੀਰਤ ਜੀ ਦੇ 3 ਪੁੱਤਰ ਤੇ 4 ਪੜਪੋਤਰੇ ਸ਼ਹੀਦ ਆ। ਭੱਟ ਕੀਰਤ ਜੀ ਦੇ ਵੀ ਅੱਗੋਂ, ਭੱਟ ਕੀਰਤ ਆਪ ਵੀ ਸ਼ਹੀਦ, ਭੱਟ ਮਥੁਰਾ ਵੀ ਸ਼ਹੀਦ। ਭੱਟ ਕੀਰਤ ਜੀ ਦੇ 3 ਪੁੱਤਰ ਤੇ 4 ਪੋਤਰੇ ਵੀ ਸ਼ਹੀਦ ਆ। ਪਤਾ ਕਦੋਂ? ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਵਕਤ ਚੱਲਦਾ ਪਿਆ ਤਾਂ ਇਹਨਾਂ ਦੀ ਜਿਹੜੀ ਤਰੀਕ ਮਿਲਦੀ ਪਈ ਆ ਉਹ ਮਿਲਦੀ ਪਈ ਆ 11/10/1711 ਈਸਵੀ। ਲਾਹੌਰ ਦੇ ਨੇੜੇ ਪਿੰਡ ਪੈਂਦਾ ਜੀ ਆਲੋਵਾਲ। ਆਲੋਵਾਲ ਦੇ ਥਾਂ ਤੇ ਇਹਨਾਂ 7 ਭੱਟਾਂ ਨੂੰ ਧਰਤੀ 'ਚ ਗੱਡ ਕੇ ਕੁੱਤੇ ਛੱਡ ਕੇ ਉੱਤੋਂ ਪੜਵਾ ਦਿੱਤਾ ਗਿਆ। ਤੇ ਇਹ ਜਿਹੜੇ ਆਲੋਵਾਲ ਪਿੰਡ ਦੇ ਵਿੱਚ ਲਾਹੌਰ ਦੇ ਨੇੜੇ 1711 ਈਸਵੀ ਨੂੰ 7 ਭੱਟ ਜਿਹੜੇ ਸ਼ਹੀਦ ਕੀਤੇ ਗਏ। ਇਹ 7 ਭੱਟ ਕੋਈ ਹੋਰ ਨਹੀਂ ਸੀ, ਇਹ ਭੱਟ ਕੀਰਤ ਜੀ ਦੇ ਪਰਿਵਾਰ ਚੋਂ 3 ਉਹਨਾਂ ਦੇ ਪੁੱਤਰ ਔਰ 4 ਉਹਨਾਂ ਦੇ ਪੋਤਰੇ। ਇਹ ਵੇਰਵੇ ਸਾਨੂੰ ਮਿਲ ਰਹੇ ਆ ਜੀ। ਸੋ ਭੱਟ ਮਥੁਰਾ ਜੀ ਨੇ ਹਰਗੋਬਿੰਦਪੁਰਾ ਦੀ ਜੰਗ ਦੇ ਅੰਦਰ ਸ਼ਹੀਦੀ ਪ੍ਰਾਪਤ ਕੀਤੀ 1621 ਨੂੰ। ਭੱਟ ਕੀਰਤ ਜੀ ਨੇ ਅੰਮ੍ਰਿਤਸਰ ਦੀ ਜੰਗ ਦੇ ਅੰਦਰ 1634 ਈਸਵੀ ਨੂੰ ਸ਼ਹੀਦੀ ਪ੍ਰਾਪਤ ਕੀਤੀ। ਇਸੇ ਪਰਿਵਾਰ ਚੋਂ 7 ਭੱਟ ਆਲੋਵਾਲ ਦੇ ਧਰਤੀ ਦੇ ਉੱਤੇ ਸ਼ਹੀਦ ਹੁੰਦੇ ਆ। ਔਰ ਇਹਨਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਦੇ ਵਿੱਚ ਕੀਤਾ ਆ। ਉਹਨਾਂ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਜ਼ਿਕਰ ਕਰਦਿਆਂ ਇਹਨਾਂ ਦੇ ਬਾਰੇ ਕਿਹਾ। 11ਵੀਂ ਵਾਰ ਦੀ 18ਵੀਂ ਪੌੜੀ ਦੇ ਵਿੱਚ ਕਹਿੰਦੇ ਆ, ਗੋਖੂ ਟੋਡਾ ਮਹਿਤਿਆ ਤੋਤਾ ਮਾਦੂ ਸ਼ਬਦ ਵਿਚਾਰਾ। ਇੱਕ ਹੋਰ ਵਾਰ ਦੇ ਅੰਦਰ ਕਹਿੰਦੇ ਆ, ਭਿੱਖਾ ਟੋਡਾ ਭੱਟ ਦੋਏ ਪਾਰੋ ਸੂਦ ਮਹਿਲ ਤਿਸ ਭਾਰਾ। ਭੱਟ ਭਿੱਖੇ ਤੋਂ ਭੱਟ ਟੋਡਾ ਜੀ ਤੱਕ ਇਹ ਭੱਟ ਗੁਰੂ ਅਮਰਦਾਸ ਜੀ ਦੇ ਕੋਲ ਪਹਿਲੀ ਵਾਰੀ ਆਏ ਆ। ਭੱਟ ਜਦੋਂ ਇਹ ਆਏ ਆ ਸਭ ਤੋਂ ਪਹਿਲਾਂ ਇਹ ਗੁਰੂ ਅਮਰਦਾਸ ਜੀ ਦੇ ਦਰਬਾਰ 'ਚ ਆਏ, ਗੋਇੰਦਵਾਲ ਵਿਖੇ ਆਏ ਆ। ਔਰ ਉਹਨਾਂ ਨੇ ਆਪਣਾ ਸਬੂਤ ਵੀ ਦਿੱਤਾ, ਰਹਿਓ ਬਰਸੋਂ ਟੋਲ ਸਾਧ ਬਹੁ ਤੇਰੇ ਡਿੱਠੇ ਸੰਨਿਆਸੀ ਤਪੱਸਿਆ ਮੁਖੋਂ ਇਹ ਪੰਡਿਤ ਮਿੱਠੇ। ਉਹਦੇ 'ਚ ਉਹ ਕਹਿੰਦੇ ਗੁਰਦਈ ਮਿਲਾਇਓ ਭਿੱਖਿਆ ਜਿਮ ਤੂੰ ਰੱਖੈ ਤਿਮ ਰਹੋ। ਤਾਂ ਉਹ ਜਿਹੜਾ ਸਵਈਆ ਆ ਉਹ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਭੱਟ ਸਾਹਿਬਾਨ ਲਗਾਤਾਰ ਇਹ ਸਾਰੀ ਨਿਰਖ ਪਰਖ ਕਰਦਿਆਂ ਗੁਰੂ ਅਮਰਦਾਸ ਜੀ ਦੇ ਕੋਲ ਆਏ। ਔਰ ਮੈਂ ਇਹ ਵੀ ਕਹਿਣਾ ਆ ਕਿ ਇਹਨਾਂ ਦੇ ਬਾਰੇ ਜਦੋਂ ਅਸੀਂ ਵੇਰਵਾ ਹੋਰ ਵੀ ਪੜ੍ਹ ਰਹੇ ਸਾਂ ਤਾਂ ਭੱਟ ਭਿੱਖਾ ਜੀ ਦਾ ਅੰਤਮ ਸਮਾਂ ਗੋਇੰਦਵਾਲ ਵਿੱਚ ਹੀ ਗੁਜ਼ਰਿਆ ਆ। ਅੰਤਮ ਸਮਾਂ ਭੱਟ ਭਿੱਖਾ ਜੀ ਦਾ ਗੋਇੰਦਵਾਲ ਵਿੱਚ ਹੀ ਗੁਜ਼ਰਿਆ। ਔਰ ਭੱਟ ਭਿੱਖਾ ਜੀ ਸੁਲਤਾਨਪੁਰ ਲੋਧੀ ਹੀ ਵਿਆਹੇ ਹੋਏ ਸੀ। ਔਰ ਜੇ ਇਸ ਤਰ੍ਹਾਂ ਦੀਆਂ ਸਾਰੀਆਂ ਇਹਨਾਂ ਗੱਲਾਂ ਨੂੰ ਦੇਖਿਆ ਜਾਏ ਤਾਂ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਇਹ ਠੀਕ ਹੈ, ਇਹ ਭੱਟ ਭਿੱਖਾ ਜੀ ਆਪਣੇ ਇਹਨਾਂ ਬਾਕੀ ਪਰਿਵਾਰ ਦੇ ਮੈਂਬਰਾਂ ਦੇ ਨਾਲ, ਭੱਟ ਭਿੱਖਾ ਜੀ ਤੇ ਬਾਕੀ ਪਰਿਵਾਰ ਦੇ ਮੈਂਬਰ ਇਹ ਗੁਰੂ ਅਮਰਦਾਸ ਜੀ ਦੇ ਕੋਲ ਆਏ। ਪਰ ਇੱਕ ਗੱਲ ਕਮਾਲ ਦੀ ਹੈ ਕਿ ਇਹ ਪਰਿਵਾਰ ਗੁਰੂ ਨਾਨਕ ਸਾਹਿਬ ਜੀ ਦੇ ਟਾਈਮ ਤੋਂ ਹੀ ਸਿੱਖੀ ਵਾਲੇ ਪਾਸੇ ਨੂੰ ਉਲਾਰ ਵਿੱਚ ਸਨ। ਔਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਇਹਨਾਂ ਦੇ ਵੱਡ ਵਡੇਰੇ ਜਿਹੜੇ ਆ ਉਹਨਾਂ ਨੇ ਸਿੱਖੀ ਇਸ ਪਾਸਿਓਂ ਧਾਰਨ ਕੀਤੀ, ਪ੍ਰਭਾਵਿਤ ਹੋਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਹਨਾਂ ਨੇ ਦਰਸ਼ਨ ਕੀਤੇ ਔਰ ਉਹਨਾਂ ਨੇ ਚਰਨ ਪਰਸੇ।
ਅੱਗੋਂ ਇਸੇ ਹੀ ਪਰਿਵਾਰ ਵਿੱਚੋਂ ਇਹ ਫਿਰ ਵਿਦਵਾਨ ਲੋਕ ਜਿਹੜੇ ਸਿਆਣੇ ਲੋਕ ਗੁਰੂ ਨੂੰ ਪ੍ਰਵਾਨ ਹੋਏ ਲੋਕ ਜਿਹੜੇ ਆ ਉਹ ਸਾਡੇ ਸਾਹਮਣੇ ਆਉਂਦੇ, ਜਿਨ੍ਹਾਂ ਦੀ ਗਿਣਤੀ 11 ਹੈ। ਬਾਕੀ ਅਗਲੀਆਂ ਵਿਚਾਰਾਂ ਭਾਈ ਸਾਹਿਬ ਜੀ ਤੁਹਾਡੇ ਨਾਲ ਥੋੜਾ ਜਿਹਾ ਹੋਰ ਕਰਨਗੇ ਜੀ।